ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੱਛਮੀ ਬੰਗਾਲ ਤੋਂ ਕਿਸਾਨ ਆਗੂਆਂ ਦੇ ਪਰਤਨ ਤੋਂ ਬਾਅਦ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹਨੂੰ ਦੇਸ਼ ਭਰ ਦੇ ਵਿੱਚ ਫੈਲਾਉਣ ਲਈ ਜਿਹੜਾ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਸੀ ਤੇ ਪੱਛਮੀ ਬੰਗਾਲ 'ਚ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਉੱਥੇ ਚੋਣਾਂ ਦੌਰਾਨ ਕਿਸਾਨ ਆਗੂ ਪ੍ਰਚਾਰ ਲਈ ਗਏ ਸੀਗੇ ਜੋ ਕਿ ਹੁਣ ਵਾਪਸ ਆ ਗਏ ਨੇ। ਉਹ ਕੀ ਉੱਥੇ ਪ੍ਰਚਾਰ ਕਰਕੇ ਆਏ ਨੇ, ਉਹਨਾਂ ਦਾ ਕੀ ਕਿਸਾਨ ਅੰਦੋਲਨ ਤੇ ਜਿਹੜਾ ਹੈਗਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ? ਕਿਸਾਨ ਆਗੂ ਕਾਫੀ ਵੱਡੀ ਗਿਣਤੀ 'ਚ ਮੇਨ ਆਗੂ ਗਏ ਸੀਗੇ। ਉਹਨਾਂ 'ਚੋਂ ਜਿਹੜੇ ਇਸ ਸੰਯੁਕਤ ਮੋਰਚੇ ਦੇ ਪ੍ਰਮੁੱਖ ਆਗੂ ਨੇ ਬਲਬੀਰ ਸਿੰਘ ਰਾਜੇਵਾਲਾ ਜੀ ਚੰਡੀਗੜ੍ਹ ਵਿੱਚ ਸੀਗੇ ਤੇ ਬੰਗਾਲ ਤੋਂ ਵਾਪਸ ਆ ਕੇ ਤੋਂ ਜੋ ਉਹਨਾਂ ਦੇ ਪ੍ਰਭਾਵ ਨੇ ਜਾਂ ਉਹ ਦੱਸ ਰਹੇ ਨੇ ਕਿ ਕਿਸ ਲੈਵਲ ਦਾ। ਇੱਕ ਤਾਂ ਬਹੁਤ ਗਰਮਜੋਸ਼ੀ ਨਾਲ ਕਲਕੱਤੇ 'ਚ ਉਹਨਾਂ ਦਾ ਸਵਾਗਤ ਪਹਿਲਾਂ ਵੀ ਲੋਕਾਂ ਨੇ ਦੇਖਿਆ ਉਸ ਲੈਵਲ 'ਤੇ ਹੋਇਆ। ਦੂਜੀਆਂ ਜਿੰਨੀਆਂ ਵੀ ਉਹਨਾਂ ਦੀਆਂ ਸਭਾਵਾਂ ਹੋਈਆਂ ਨੇ ਉਹ ਸਭਾਵਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਲੋਕ ਆਏ ਤੇ ਕਿਸਾਨੀ ਮੁੱਦੇ ਦੇ ਤੌਰ 'ਤੇ ਗੱਲ ਕੀਤੀ। ਇੱਕ ਉਹਨਾਂ ਦਾ ਦੱਸਣਾ ਕਿ ਉਹਨਾਂ ਨੇ ਕਿ ਉੱਥੇ ਬੰਗਾਲੀ ਦੇ ਵਿੱਚ ਇੱਕ ਚਿੱਠੀ ਜਾਰੀ ਕੀਤੀ ਹੈ ਜਿਹੜੇ ਬਾਰਡਰ 'ਤੇ ਬੈਠੇ ਕਿਸਾਨ ਨੇ ਉਹਨਾਂ ਦੀ ਤਰਫੋਂ ਕਿ ਮੈਂ ਇੱਥੇ ਬੈਠਾ ਕਿਸਾਨ ਬੋਲਦਾ, ਮੈਨੂੰ 100 ਦਿਨ ਤੋਂ ਵੱਧ ਹੋ ਗਏ ਨੇ, ਸਰਕਾਰ ਕਿਵੇਂ ਟਰੀਟ ਕਰ ਰਹੀ ਹੈ, ਕਿੰਨੇ ਬੰਦੇ ਜਾਨਾਂ ਗਵਾ ਚੁੱਕੇ ਨੇ, ਕੀ ਚੀਜ਼ਾਂ ਨੇ। ਉਹ ਭਾਵਕ ਇੱਕ ਜਜ਼ਬਾਤੀ ਚਿੱਠੀ ਹੈ ਜਿਹੜੀ ਚਿੱਠੀ ਉਹਨਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਜਿੰਨੇ 294 ਹਲਕੇ ਨੇ ਉਹ ਸਾਰੇ ਹਲਕਿਆਂ ਦੇ ਵਿੱਚ ਪਹੁੰਚਾਈ ਹੈ ਕਿ ਉੱਥੇ ਜਾ ਕੇ ਲੋਕਾਂ ਨਾਲ ਗੱਲ ਕਰਨ ਕਿ ਆਹ ਹੋ ਰਿਹਾ ਦੇਸ਼ ਦੇ ਵਿੱਚ। ਔਰ ਇਹਨਾਂ ਨੇ ਇਹ ਵੀ ਇੱਕ ਗੱਲ ਉੱਥੇ ਰੱਖੀ ਹੈ ਕਿ ਜਿਹੜੀਆਂ ਵੀ ਮੀਟਿੰਗਾਂ ਜਾਂ ਰੈਲੀਆਂ ਕੀਤੀਆਂ ਕਿਸੇ ਵੀ ਇੱਕ ਪੋਲੀਟੀਕਲ ਧਿਰ ਦੇ ਵਿਰੋਧੀ ਨੂੰ ਵੀ ਉੱਥੇ ਉਹਨਾਂ ਦੇ ਨਾਲ ਮੰਚ ਸਾਂਝਾ ਨਹੀਂ ਕੀਤਾ ਕਿਉਂਕਿ ਇਹਨਾਂ ਨੇ ਸੋਚਿਆ ਇਹ ਸੀਗਾ ਵੀ ਬੀਜੇਪੀ ਨੂੰ ਹਰਾਉਣ ਦੇ ਲਈ ਜਿਹਨੂੰ ਮਰਜ਼ੀ ਵੋਟ ਪਾ ਦਿਓ, ਕਿਸੇ ਦੀ ਸਪੋਰਟ ਨਹੀਂ। ਫਿਰ ਤਾਂ ਨਹੀਂ ਤਾਂ ਇਹ ਹੋ ਜਾਂਦਾ ਵੀ ਕਈ ਵਾਰ ਕਿਸੇ ਇੱਕ ਧਿਰ ਦੀ ਸਪੋਰਟ ਕਰਨਾ ਜਾਂ ਇੱਕ ਦੀ ਨਾ ਕਰਨਾ। ਉਹਨਾਂ ਦਾ ਇਹ ਮੰਨਣਾ ਹੈ ਕਿ ਉਹਦਾ ਪ੍ਰਭਾਵ ਕਾਫੀ ਵੱਡੇ ਗਿਣਤੀ 'ਚ ਲੋਕਾਂ ਦੇ ਇਕੱਠ ਤੋਂ, ਲੋਕਾਂ ਦੇ ਉਤਸ਼ਾਹ ਤੋਂ ਤੇ ਲੋਕਾਂ ਵੱਲੋਂ ਜਿਹੜੇ ਅੰਦੋਲਨ ਬਾਰੇ ਦਿਖਾਈ ਜਾ ਰਹੀ ਜਿਹੜੀ ਇੱਕ ਖਾਹਿਸ਼ ਸੀ ਪੁੱਛਣ ਦੀ ਕਿ ਕੀ ਹੋ ਰਿਹਾ ਕੀ ਨਹੀਂ, ਉਹਦੇ ਤੋਂ ਇਹ ਨਜ਼ਰ ਆਈ ਹੈ ਕਿ ਬੰਗਾਲ ਦੇ ਵਿੱਚ ਜਿਹੜੇ ਕਿਸਾਨ ਮੋਰਚੇ ਦੇ ਆਗੂ ਨੇ ਉਹਨਾਂ ਦੇ ਜਾਣ ਦਾ ਜਿਹੜਾ ਇੱਕ ਅਸਰ ਦੇਖਿਆ ਗਿਆ ਹੈ। ਜਿਹੜਾ ਇਲੈਕਸ਼ਨ ਦੇ ਦੌਰ ਦੇ ਵਿੱਚ ਵੀ ਜਾਂ ਵੋਟਿੰਗ ਦੇ ਦੌਰ ਦੇ ਵਿੱਚ ਵੀ ਕਿੰਨਾ ਉਹ ਪਲਟਦਾ ਉਹ ਅਲੱਗ ਸਵਾਲ ਹੈ, ਪਰ ਪ੍ਰਭਾਵ ਓਵਰਆਲ ਪ੍ਰਭਾਵ ਜਿਹੜਾ ਉਹਦੇ 'ਚ ਬੀਜੇਪੀ ਨੂੰ ਜ਼ਰੂਰ ਨੁਕਸਾਨ ਹੋਣ ਦੀ ਸੰਭਾਵਨਾ ਦਿਖਾਈ ਦਿੱਤੀ ਹੈ। ਜੀ ਹਮੀਰ ਸਿੰਘ ਜੀ, ਕਿਸਾਨ ਆਗੂ ਪੱਛਮੀ ਬੰਗਾਲ ਤੋਂ ਆਏ ਨੇ, ਜਿਵੇਂ ਹੁਣ ਤੁਸੀਂ ਦੱਸਿਆ ਵੀ ਕਿ ਉਹਨਾਂ ਦਾ ਕਲਕੱਤੇ ਵਿੱਚ ਬਹੁਤ ਵਧੀਆ ਢੰਗ ਨਾਲ ਸਵਾਗਤ ਹੋਇਆ ਤੇ ਹੋਰ ਵੀ ਪੱਛਮੀ ਬੰਗਾਲ ਪੂਰੇ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਨੇ ਰੈਲੀਆਂ ਕੀਤੀਆਂ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ ਨੇ। ਤੇ ਇਹਦੇ ਨਾਲ ਹੀ ਜੇਕਰ ਗੱਲ ਕਰੀਏ ਮੇਘਾਲਿਆ ਦੇ ਰਾਜਪਾਲ ਨੇ ਜਿਵੇਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਗੱਲ ਕਹੀ ਹੈ ਵੀ ਕੇਂਦਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਜਾਂ ਹੋਰ ਵੀ ਕਈ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਸਾਹਮਣੇ ਆ ਰਹੀਆਂ, ਤੁਸੀਂ ਕਿਵੇਂ ਸਮਝਦੇ ਹੋ ਵੀ ਕਿ ਕਿਸਾਨ ਅੰਦੋਲਨ ਦਾ ਪ੍ਰਭਾਵ ਜਿਹੜਾ ਹੈਗਾ ਸਰਕਾਰ 'ਤੇ ਕਿੰਨਾ ਕੁ ਦਬਾਅ ਦੇਖਣ ਨੂੰ ਮਿਲ ਰਿਹਾ ਇਸ ਟਾਈਮ? ਨਹੀਂ ਲੱਗਦਾ ਹੈ ਇਹ ਥੋੜ੍ਹਾ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਦੇ ਅੰਦਰ ਕਾਫੀ ਕੁਝ ਜਿਹੜਾ ਵਿਚਾਰ ਚਰਚਾ ਹੋ ਰਹੀ ਹੋਣੀ ਹੈ ਹਕੀਕਤ ਦੇ ਤੌਰ 'ਤੇ, ਕਿਉਂਕਿ ਜਿਹੜੇ ਸਾਰੇ ਹਥਿਆਰ ਸੀ ਅੰਦੋਲਨ ਨੂੰ ਬਦਨਾਮ ਕਰਨ ਦੇ, ਅੰਦੋਲਨ 'ਚ ਫੁੱਟ ਪਾਉਣ ਦੇ, ਅੰਦੋਲਨ ਨੂੰ ਦਬਾਉਣ ਦੇ, ਉਹ ਕੰਮ ਨਹੀਂ ਕੀਤੇ ਬੜੇ ਵੱਡੇ ਪੱਧਰ 'ਤੇ। ਇਹੋ ਜਿਹਾ ਮਾਹੌਲ ਨਹੀਂ ਬਣਿਆ, ਚਾਹੇ ਉਹ ਖਾਲਿਸਤਾਨ ਦਾ ਲੇਬਲ ਹੈ, ਮਾਓਵਾਦ ਦਾ ਲੇਬਲ ਹੈ, ਚੀਨ ਦਾ, ਪਾਕਿਸਤਾਨ ਦਾ, ਟੁਕੜੇ ਟੁਕੜੇ ਗੈਂਗ ਦਾ, ਜਿੰਨੀਆਂ ਵੀ ਚੀਜ਼ਾਂ ਸਾਹਮਣੇ ਆਈਆਂ ਉਹ ਨਹੀਂ ਉਸ ਪੱਧਰ ਦੇ ਉੱਤੇ ਆਈਆਂ। ਅਤੇ ਹੁਣ ਜਦੋਂ ਇਸ ਅੰਦੋਲਨ ਦਾ ਨਤੀਜਾ ਖਾਸ ਤੌਰ 'ਤੇ ਦੂਜੇ ਸੂਬਿਆਂ 'ਚ ਦਿਖਣਾ ਸ਼ੁਰੂ ਹੋਇਆ, ਉਹਦੇ 'ਚੋਂ ਵੀ ਖਾਸ ਤੌਰ 'ਤੇ ਯੂਪੀ ਦੇ ਵਿੱਚ ਜਿਹੜਾ ਇੱਕ ਬਿਰਤਾਂਤ ਬੀਜੇਪੀ ਨੇ ਪਿਛਲੇ ਸਾਲਾਂ 'ਚ ਸਿਰਜਤਾ ਸੀ ਕਿ ਹਿੰਦੂਤਵ ਦੇ ਨਾਂ 'ਤੇ ਮੁਸਲਿਮ ਦੇ ਖਿਲਾਫ, ਉਹ ਦੁਬਾਰਾ ਜਦੋਂ ਜੁੜਨ ਲੱਗ ਗਏ ਮਹਾਪੰਚਾਇਤਾਂ ਦੇ ਵਿੱਚ ਮੁਸਲਿਮ ਤੇ ਹਿੰਦੂ ਕਿਸਾਨ ਆਪਸ 'ਚ ਕਿੱਤੇ ਦੇ ਤੌਰ 'ਤੇ ਇਕੱਠੇ ਹੋ ਗਏ, ਧਰਮ ਨੂੰ ਛੱਡ ਕੇ ਵੀ ਸਾਤੋਂ ਗਲਤੀ ਹੋਈ ਹੈ ਬਹੁਤ, ਉਹ ਆਪਸ 'ਚ ਅਹਿਸਾਸ ਕਰਨ ਲੱਗ ਗਏ, ਤਾਂ ਕਿਤੇ ਨਾ ਕਿਤੇ ਬੀਜੇਪੀ ਨੂੰ ਇਹ ਲੱਗਦਾ ਕਿ ਉਹਨਾਂ ਦੀ ਜ਼ਮੀਨ ਖਿਸਕ ਰਹੀ ਹੈ, ਸਿਆਸੀ ਜ਼ਮੀਨ, ਔਰ ਉਹਨਾਂ ਦੀ ਸਿਆਸਤ ਹਾਰ ਰਹੀ ਹੈ ਜਿਹੜੀ ਵੰਡ ਪਾਉਣ ਦੀ ਸੀ ਇਸ ਅੰਦੋਲਨ ਦੇ ਇੱਕ ਆਪਣੇ ਵਤੀਰੇ ਦੇ ਨਾਲ। ਇਸੇ ਕਰਕੇ ਉਹ ਸ਼ਾਇਦ ਜਿਹੜੇ ਸਤਪਾਲ ਮਲਿਕ ਨੇ ਪਹਿਲਾਂ ਵੀ 3 ਦਿਨ ਪਹਿਲਾਂ ਬੋਲਿਆ ਸੀ ਤੇ ਬਾਗਪਤ ਦੇ ਵਿੱਚ ਬੋਲਿਆ ਸੀ ਕਿ ਇਹ 300 ਸਾਲ ਯਾਦ ਰੱਖਦੇ ਨੇ ਸਿੱਖਾਂ ਨੂੰ, ਮੈਂ ਜਾਣਦਾ ਜਾਂ ਇਹਨਾਂ ਕਿਸਾਨਾਂ ਨੂੰ ਜਾਣਦਾ,
ਇਹਨਾਂ ਨੂੰ ਖਾਲੀ ਹੱਥ ਨਾ ਮੁੜਿਆ ਜਾਵੇ। ਪਰ ਲੋਕਾਂ ਨੂੰ ਕਈ ਵਾਰ ਇਹ ਲੱਗਦਾ ਸੀ ਵੀ ਹੁਣ ਦੁਬਾਰਾ ਇੱਕ ਵਾਰ ਬੰਦਾ ਕਹਿ ਜਾਂਦਾ ਹੈ, ਮੁੜ ਕੇ ਸ਼ਾਇਦ ਕਿਹਾ ਜਾਏ ਕਿ ਮੀਡੀਆ 'ਚ ਤੋੜ ਮਰੋੜ ਕੇ ਪੇਸ਼ ਹੋ ਗਿਆ। ਨਹੀਂ, ਉਹ ਰਾਜਸਥਾਨ 'ਚ ਆਏ ਅਤੇ ਫਿਰ ਦੁਬਾਰਾ ਉਹਨਾਂ ਨੇ ਗੱਲ ਕੀਤੀ। ਗੱਲ ਉਹ ਕੀਤੀ ਕਿ ਮੈਂ ਆਪਣੇ ਸਟੈਂਡ 'ਤੇ ਕਾਇਮ ਹਾਂ ਔਰ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ, ਹਲਕੇ 'ਚ ਨਹੀਂ ਲੈਣਾ ਚਾਹੀਦਾ। ਔਰ ਮੈਂ ਇਹਦੇ ਲਈ ਪੋਸਟ ਤੱਕ ਵੀ ਜੇ ਮੇਰੀ ਜਾਂਦੀ ਹੈ ਮੈਨੂੰ ਕੋਈ ਗੱਲ ਨਹੀਂ, ਕਿਉਂਕਿ ਮੇਨ ਗੱਲ ਇਹ ਹੈ ਬੀਜੇਪੀ ਦੇ ਅੰਦਰ। ਉਹਨੇ ਇਹ ਵੀ ਕਿਹਾ ਉਹਨਾਂ ਨੇ, ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਵੀ ਕੀਤੀ ਹੈ ਇਹਨਾਂ ਮੁੱਦਿਆਂ ਦੇ ਉੱਤੇ। ਕੱਲਾ ਇੰਨਾ ਹੀ ਹੈ, ਰਾਜਨਾਥ ਦਾ ਵੀ ਕੁਝ ਕਹਿਣਾ ਕਿ ਹਾਂ ਗੱਲ ਸ਼ੁਰੂ ਹੋਣੀ ਚਾਹੀਦੀ ਹੈ। ਤਾਂ ਮਤਲਬ ਬੀਜੇਪੀ ਦੇ ਅੰਦਰ ਜਿਹੜੀ ਪੁੱਥਲ ਪੁੱਥਲ ਚੱਲ ਰਹੀ ਹੈ, ਜਦੋਂ ਥੋੜ੍ਹਾ ਜਿਹਾ ਕੋਈ ਮੇਨ ਲੀਡਰਸ਼ਿਪ ਵੀਕ ਹੋ ਜੇ ਉਦੋਂ ਉਹ ਰਿਵੋਲਟ ਦਾ ਰੂਪ ਲੈ ਜਾਂਦੀ ਹੈ। ਅਜੇ ਉਹ ਦੱਬੇ ਸੁਰ ਦੇ ਵਿੱਚ ਹੈ। ਇਸ ਅੰਦੋਲਨ ਦਾ ਪ੍ਰਭਾਵ ਇਸ ਕਰਕੇ ਵੀ ਪੈ ਰਿਹਾ ਕਿਉਂਕਿ ਦੁਨੀਆ ਪੱਧਰ ਦੇ ਉੱਤੇ ਇਹ ਅੰਦੋਲਨ ਅਸਰ ਕਰਦਾ ਦਿਖਾਈ ਦੇ ਰਿਹਾ, ਇਹਦਾ ਅਸਰ ਲਗਾਤਾਰ ਵੱਧ ਰਿਹਾ ਹੈ। ਹਾਊਸ ਆਫ ਲਾਰਡਜ਼ ਨੇ ਵੀ ਇਹ ਕਹਿ ਦਿੱਤਾ ਹੈ ਕਿ ਅਸੀਂ ਪ੍ਰਾਈਮ ਮਿਨਿਸਟਰ ਨੂੰ ਕਹਿੰਦੇ ਹਾਂ ਆਪਦੇ ਨੂੰ, ਬਰਤਾਨੀਆ ਦਾ, ਜਦੋਂ ਹੁਣ ਜਾਏਗਾ ਇੱਥੇ, ਕਿ ਉਹ ਨਰਿੰਦਰ ਮੋਦੀ ਨਾਲ ਗੱਲ ਕਰੇ ਇਸ ਅੰਦੋਲਨ ਦੇ ਬਾਰੇ। ਔਰ ਜਦੋਂ ਉੱਥੇ ਦੀ ਪਾਰਲੀਮੈਂਟ ਇਹ ਕਹਿ ਕੇ ਤੋਰੂਗੀ ਤਾਂ ਲਾਜ਼ਮੀ ਹੈ ਕਿ ਪ੍ਰਧਾਨ ਮੰਤਰੀ ਗੱਲ ਕਰੇਗਾ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਗੱਲ ਕੀਤੀ, ਇਹਨਾਂ ਨੇ ਛੁਪਾਉਣ ਦੀ ਟਰਾਈ ਕੀਤੀ, ਉਹਨਾਂ ਨੇ ਦੁਬਾਰਾ ਪ੍ਰੈਸ ਨੋਟ ਜਾਰੀ ਕਰਤਾ। ਅਤੇ ਵੱਖ-ਵੱਖ ਜਗ੍ਹਾ ਹਿਊਮਨ ਰਾਈਟਸ ਕਮਿਸ਼ਨ ਨੇ ਕਿਸਾਨ ਆਗੂਆਂ ਦੀ ਗੱਲ ਕੀਤੀ ਹੈ ਅਤੇ ਉਹਨਾਂ ਦੀ ਗੱਲ ਸੁਣੀ ਹੈ ਉਸ ਲੈਵਲ ਦੇ ਉੱਤੇ। ਇਸ ਲਈ ਦੁਨੀਆ ਪੱਧਰ ਦਾ ਪ੍ਰੈਸ਼ਰ ਅਤੇ ਦੇਸ਼ਾਂ ਦੇ ਵਿੱਚ ਇਹ ਪ੍ਰੈਸ਼ਰ, ਹੁਣ ਇਹਨਾਂ ਨੇ ਸਟ੍ਰੈਟਜੀ ਬਣਾਈ ਹੈ ਕਿ 5 ਰਾਜਾਂ 'ਚ ਟੀਮਾਂ ਗਈਆਂ ਨੇ, ਵੈਸਟ ਬੰਗਾਲ 'ਚ ਵੀ ਗਈਆਂ, ਹੋਰਾਂ 'ਚ ਵੀ ਗਈਆਂ ਹੋਈਆਂ ਨੇ। ਹਾਲਾਂਕਿ ਵੈਸਟ ਬੰਗਾਲ ਨੰਬਰ 1 ਹੈ। ਉਹਦਾ ਕਾਰਨ ਇਹ ਹੈ ਕਿ ਉੱਥੇ ਬੀਜੇਪੀ ਚਾਹੁੰਦੀ ਹੈ ਹਰ ਹੀਲੇ ਸੱਤਾ 'ਚ ਜਾਣਾ ਅਤੇ ਮਮਤਾ ਬੈਨਰਜੀ ਨਾਲ ਮੇਨ ਮੁਕਾਬਲਾ TMC ਨਾਲ ਦਿਖਾਈ ਦੇ ਰਿਹਾ। ਪਰ ਕਿਉਂਕਿ ਜਿਹੜਾ ਤਾਮਿਲਨਾਡੂ ਹੈ ਉੱਥੇ DMK AIDMK ਦੇ ਵਿੱਚ ਮੇਨ ਮੁਕਾਬਲਾ, ਦੋਨੋਂ ਮੇਨ ਰੀਜਨਲ ਪਾਰਟੀਆਂ ਨੇ। ਕੇਰਲਾ ਦੇ ਵਿੱਚ ਵੀ ਬੀਜੇਪੀ ਦਾ ਕੋਈ ਖਾਸ ਨਹੀਂ ਹੈ। ਇਸ ਲਈ ਕੁਛ ਥਾਵਾਂ 'ਤੇ ਤਾਂ ਇਸ ਲੈਵਲ ਦਾ ਚੱਲਦਾ, ਪਰ ਮੇਨ ਉਹ ਹੈ। ਹੁਣ ਕਿਸਾਨ ਲੀਡਰਾਂ ਨੂੰ ਹੋਰਾਂ ਜਗ੍ਹਾ ਤੋਂ ਵੀ ਸੱਦੇ ਆ ਰਹੇ ਨੇ, ਜਿਵੇਂ ਕੱਲ੍ਹ ਹੀ ਰਾਜਸਥਾਨ ਦੇ ਵਿੱਚ ਵੀ ਵੱਡੀ ਰੈਲੀ ਮਹਾਪੰਚਾਇਤ ਹੋਈ ਹੈ ਔਰ ਕੱਲ੍ਹ ਨੂੰ ਉੱਥੇ ਭੁਵਨੇਸ਼ਵਰ ਦੇ ਵਿੱਚ, ਉੜੀਸਾ ਦੇ ਵਿੱਚ ਇੱਕ ਅੱਧੇ ਦਿਨ ਹੋ ਰਹੇ ਆ। ਬਲਬੀਰ ਸਿੰਘ ਰਾਜੇਵਾਲ ਉੱਥੇ ਵੀ ਜਾ ਰਹੇ ਨੇ। ਕਈ ਜਗ੍ਹਾ ਅਲੱਗ-ਅਲੱਗ ਲੀਡਰ ਜਿਹੜੇ ਨੇ ਪੂਰੇ ਦੇਸ਼ ਦੇ ਵਿੱਚ ਜਾ ਰਹੇ ਨੇ। 21-22 ਸੂਬਿਆਂ ਦੇ ਵਿੱਚ ਅੰਦੋਲਨ ਜਿਹੜਾ ਫੈਲ ਰਿਹਾ ਔਰ ਇਹ ਅੰਦੋਲਨ ਦੀ ਇੱਕ ਸਟਰੈਂਥ ਹੈ ਆਪਣੇ ਆਪ 'ਚ, ਜਿਹੜੀ ਬੀਜੇਪੀ ਆਗੂਆਂ ਨੂੰ ਇਹ ਮਜਬੂਰ ਕਰ ਰਹੀ ਹੈ ਕਿ ਉਹ ਵੀ ਕੁਝ ਬੋਲਣੇ 'ਤੇ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਕਿਸਾਨ ਆਗੂਆਂ ਨੂੰ ਜਿਹੜਾ ਹੈਗਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਵੀ ਸੱਦੇ ਆ ਰਹੇ ਨੇ ਵੀ ਕਿ ਉਰੇ ਆ ਕੇ ਕਿਸਾਨ ਪੰਚਾਇਤਾਂ ਕਰੋ, ਲੋਕਾਂ ਨੂੰ ਜਾਗਰੂਕ ਕਰੋ, ਕਾਨੂੰਨਾਂ ਬਾਰੇ ਦੱਸੋ। ਜੇਕਰ ਗੱਲ ਕਰੀਏ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਣੀ ਰਣਨੀਤੀ ਜਿਹੜੀ ਹੈਗੀ ਹੈ ਕੁਝ ਬਦਲੀ ਹੈਗੀ ਹੈ। ਉਹ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਗੱਲ ਕਰ ਰਹੇ ਨੇ। ਜੇਕਰ ਗੱਲ ਕਰੀਏ ਵਿਸ਼ੇਸ਼ ਤੌਰ 'ਤੇ ਮਜ਼ਦੂਰ ਵਰਗ ਦੀ, ਕਿਰਤੀ ਜਥੇਬੰਦੀਆਂ ਦੀ, ਇਹਨਾਂ ਨੂੰ ਉਹ ਵਿਸ਼ੇਸ਼ ਤੌਰ 'ਤੇ ਮੀਟਿੰਗਾਂ ਕਰਕੇ ਜਿਹੜਾ ਹੈ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕਰ ਰਹੇ ਨੇ। ਤੁਸੀਂ ਇਸ ਨੂੰ ਕਿਵੇਂ ਦੇਖਦੇ? ਬਿਲਕੁਲ, ਇਹ ਸ਼ੁਰੂ ਤਾਂ ਕਿਸਾਨ ਅੰਦੋਲਨ ਤੋਂ ਹੋਇਆ ਸੀ, ਪਰ ਹੌਲੀ ਹੌਲੀ ਚੱਲਦੇ ਚੱਲਦੇ ਕਿਸਾਨ ਅੰਦੋਲਨ ਨਹੀਂ ਲੋਕ ਅੰਦੋਲਨ 'ਚ ਕਨਵਰਟ ਹੋਣ ਦੀ ਗੱਲ ਹੋਈ। ਇਹਦੇ ਨਾਲ ਸ਼ਹਿਰੀ ਵਰਗ ਵੀ ਆਇਆ, ਜਿਹਦਾ ਕਿੱਤਾ ਕਿਸਾਨੀ ਨਹੀਂ ਵੀ, ਉਹ ਲੋਕ ਵੀ, ਚਾਹੇ ਉਹ ਸ਼ਹਿਰੀ ਵਰਗ ਹੈ, ਉਹ ਆੜ੍ਹਤੀ ਹੈ, ਉਹ ਵੱਖ-ਵੱਖ ਟਾਈਪ ਦੇ ਹੋਰ ਨੇ। ਮਜ਼ਦੂਰ ਕਿਸਾਨ ਤਾਂ ਹੈ ਹੀ ਉਹਦੇ 'ਤੇ ਨਿਰਭਰ ਉਸ ਪੱਧਰ ਦੇ ਉੱਤੇ, ਪਰ ਕਿਤੇ ਨਾ ਕਿਤੇ ਜਾਤੀ ਆਧਾਰ 'ਤੇ ਅਜੇ ਵੀ ਥੋੜ੍ਹਾ ਜਿਹਾ ਪੇਂਡੂ ਲੈਵਲ 'ਤੇ ਵਖਰੇਵੇਂ ਹੈ ਨੇ। ਔਰ ਚੇਤਨ ਰੂਪ ਦੇ ਵਿੱਚ ਮੇਰਾ ਖਿਆਲ ਹੈ ਇਹ ਸੋਚਿਆ ਜਾਣਾ ਕਿ ਸਾਨੂੰ ਜਿਹੜਾ ਕਿਸਾਨ ਤੇ ਮਜ਼ਦੂਰ ਇਕੱਠਾ ਹੋ ਕੇ ਇੱਕ ਚੱਲਦਾ ਹੈ, ਜਿਹੜੇ ਮਾੜੇ ਮੋਟੇ ਵੀ ਵਖਰੇਵੇਂ ਨੇ ਉਹਨੂੰ ਕਿਵੇਂ ਦੂਰ ਕੀਤਾ ਜਾਵੇ, ਇੱਕ ਸਮਾਜਿਕ ਤਬਦੀਲੀ ਵੀ ਆਵੇ ਇਸ ਪੱਖ ਤੋਂ, ਤੇ ਉਹਦੀ ਏਕਤਾ ਬਣੇ ਆਪਸ ਦੇ ਵਿੱਚ ਮਜ਼ਦੂਰ ਤੇ ਕਿਸਾਨ ਦੀ। ਇਹ ਬਹੁਤ ਬੜਾ ਆਪਣੇ ਆਪ ਦੇ ਵਿੱਚ ਇੱਕ ਮਾਨਸਿਕਤਾ ਦੀ ਤਬਦੀਲੀ ਹੈ, ਜਿਹੜੀ ਜਾਤ ਤੋਂ ਉੱਪਰ ਕਿੱਤੇ ਨੂੰ ਤੇ ਕਿੱਤੇ ਤੋਂ ਉੱਪਰ ਇਨਸਾਨੀਅਤ ਨੂੰ ਜਿਹੜੀ ਜਗ੍ਹਾ ਦੇਵੇਗੀ। ਔਰ ਇਸੇ ਕਰਕੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਿਸਾਨ ਮਜ਼ਦੂਰ ਮਹਾਪੰਚਾਇਤ ਬਰਨਾਲੇ 'ਚ ਹੋਈ ਸੀ, ਜਿਹਦੇ 'ਚੋਂ ਇਹ ਹੋਇਆ ਸੀ। ਫਿਰ ਉਦੋਂ ਬਾਅਦ ਛੋਟੀਆਂ ਆਪਣੇ ਆਪਣੇ ਲੈਵਲ 'ਤੇ ਬਹੁਤ ਵੱਡੇ ਪੱਧਰ 'ਤੇ ਮਜ਼ਦੂਰ ਯੂਨੀਅਨਾਂ ਅਤੇ ਕਿਸਾਨ ਯੂਨੀਅਨ ਰਲ ਕੇ ਕਰ ਰਹੀਆਂ ਨੇ। ਪਰ ਇਹਦੇ ਤੋਂ ਵੀ ਅਲੱਗ ਹੁਣ ਇੱਕ ਹੋਰ ਤਰੀਕੇ ਦੀਆਂ ਹੁੰਨੇ ਕਿ ਮਜ਼ਦੂਰ ਇਕੱਠ ਕਰਨ ਅਤੇ ਕਿਸਾਨ ਲੀਡਰ ਉਹਦੇ 'ਚ ਬੋਲਣ, ਤਾਂ ਕਿ ਇੱਕ ਲੈਵਲ ਦਾ ਇਸ ਲੈਵਲ 'ਤੇ ਜਾਵੇ। 21 ਤਰੀਕ ਨੂੰ ਨਾਭੇ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਜਾ ਰਹੇ ਨੇ ਮਜ਼ਦੂਰ ਮਹਾਪੰਚਾਇਤ ਦੇ ਵਿੱਚ। 28 ਤਰੀਕ ਨੂੰ ਲੁਧਿਆਣੇ ਦੇ ਵਿੱਚ ਉਹ ਜਾ ਰਹੇ ਨੇ, ਉੱਥੇ ਵੀ ਮਜ਼ਦੂਰ ਮਹਾਪੰਚਾਇਤ ਦੇ ਰੂਪ ਦੇ ਵਿੱਚ। ਮਤਲਬ ਇਕੱਠ ਜਦੋਂ ਮਜ਼ਦੂਰ ਤੇ ਕਰਨਗੀਆਂ ਤੇ ਕਿਸਾਨ ਲੀਡਰ ਜਾਣਗੇ, ਤੇ ਇਹਦੇ ਨਾਲ ਜਿਹੜਾ ਹੇਠਲੇ ਪੱਧਰ ਤੱਕ ਦਾ ਵਰਕਰ ਵੀ ਹੈ ਉਹਦੀ ਵੀ ਮਾਨਸਿਕਤਾ ਉਸ ਪਾਸੇ ਵੱਲ ਬਣੂਗੀ ਤੇ ਵਖਰੇਵੇਂ ਘਟਣਗੇ। ਇੱਕ ਤਾਂ ਸੰਵਾਦ ਰਚਾਇਆ ਜਾਣਾ ਉਸ ਵਰਗ ਤੱਕ ਜਿਹਦੇ ਤੱਕ ਅਜੇ ਓਨਾ ਨਹੀਂ ਗਿਆ ਜਿੰਨਾ ਜਾਣਾ ਚਾਹੀਦਾ ਸੀ, ਇਹਦੇ ਨਾਲ ਇਹ ਫਾਇਦਾ ਹੋਏਗਾ, ਸਮਝਦਾਰੀ ਬਣੇਗੀ। ਦੂਜੀ ਇਹ ਅਹਿਸਾਸ ਵੀ ਹੋਏਗਾ ਕਿ ਨਹੀਂ, ਹੁਣ ਜਿਹੜੀਆਂ ਮੇਨ ਧਿਰਾਂ ਨੇ, ਜਿਹੜੇ ਮੇਨ ਆਗੂ ਨੇ, ਉਹ ਇਹ ਚਾਹੁੰਦੇ ਨੇ ਕਿ ਸਾਨੂੰ ਨਾਲ ਗੱਲ ਨਾਲ ਲਾ ਕੇ ਇਕੱਠੇ ਹੋ ਕੇ ਚੱਲਿਆ ਜਾਏ। ਇਹ ਇੱਕ ਭਾਵਨਾ ਉਹਦੇ 'ਚ ਪ੍ਰਗਟ ਹੋਏਗੀ।
ਇਸ ਕਰਕੇ ਇਹ ਰਣਨੀਤੀ ਕਾਫੀ ਇੱਕ ਮਹੱਤਵਪੂਰਨ ਰਣਨੀਤੀ ਹੈ। ਇਹਦੇ ਤੋਂ ਇਲਾਵਾ ਸੰਯੁਕਤ ਮੋਰਚੇ ਨੇ ਫੈਸਲੇ ਕੀਤੇ ਨੇ ਕੁਝ, ਕੱਲ ਹੀ ਕੁਝ ਅਲੱਗ-ਅਲੱਗ ਕਿਸਮ ਦੇ ਲੋਕਾਂ ਜਿਹੜੀਆਂ ਜਥੇਬੰਦੀਆਂ ਨੇ, ਚਾਹੇ ਉਹ ਟ੍ਰੇਡ ਯੂਨੀਅਨਾਂ ਨੇ, ਚਾਹੇ ਉਹ ਆੜ੍ਹਤੀਆਂ ਦੀਆਂ ਯੂਨੀਅਨਾਂ ਨੇ, ਚਾਹੇ ਉਹ ਕਿਸਾਨ ਯੂਨੀਅਨਾਂ ਨੇ, ਮਜ਼ਦੂਰ, ਉਹਨਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਕੀਤੀ ਹੈ। ਤੇ ਉਸ ਮੀਟਿੰਗ ਦੇ ਵਿੱਚ ਇਹ ਸੱਦਾ ਵੀ ਦਿੱਤਾ ਗਿਆ ਕਿ 26 ਤਰੀਕ ਜਿਹੜੀ ਆਉਣ ਵਾਲੀ ਹੈ, 26 ਮਾਰਚ, ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹਨੂੰ ਸਭ ਨੂੰ ਮਤਲਬ ਉਹ ਕਰਨ ਦੀ ਲੋੜ ਹੈ ਕਿ ਆਪਾਂ ਇਕੱਠੇ ਹੋ ਕੇ ਕਿਵੇਂ ਚੱਲ ਸਕਦੇ ਹਾਂ, ਸਰਕਾਰ ਤੇ ਚੋਟ ਮਾਰ ਸਕਦੇ ਹਾਂ। ਤੇ ਇਹਨਾਂ ਦਾ ਅੱਜ ਹੀ ਬਲਬੀਰ ਸਿੰਘ ਰਾਜੇਵਾਲ ਉਹਨਾਂ ਦਾ ਕਹਿਣਾ ਸੀ ਕਿ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਨੇ ਇਹ ਕਿਹਾ ਕਿ ਸਾਡਾ 500 ਬੰਦਾ ਇੱਥੇ ਪੱਕਾ ਬੈਠਿਆ ਕਰੂ, ਫਿਰ 500 ਦੂਜਾ ਆਜੂ, ਫਿਰ ਉਹ ਜਾਊਗਾ। ਇਸੇ ਤਰ੍ਹਾਂ ਆੜ੍ਹਤੀ ਜਥੇਬੰਦੀਆਂ ਨੇ ਵਿਸ਼ਵਾਸ ਦਵਾਇਆ 1000 ਬੰਦਾ ਬੈਠਿਆ ਕਰੂ, ਤੇ ਉਸ ਤੋਂ ਬਾਅਦ ਉਹ 1000 ਜਾਊਗਾ, 1000 ਆਊਗਾ। ਇਹਦੇ ਨਾਲ ਇਹ ਕਣਕ ਦਾ ਸੀਜ਼ਨ ਵੀ ਸੌਖਾ ਉਸ ਤਰੀਕੇ ਨਾਲ ਲੰਘ ਜੂ। ਜੇ ਮਾੜਾ ਮੋਟਾ ਵੈਸੇ ਤਾਂ ਓਵਰਆਲ ਲੋਕਾਂ ਨੇ ਇੱਕ ਡਿਸੀਜਨ ਕਰ ਲਿਆ, ਇੱਕ ਫੈਸਲਾ ਕਰ ਲਿਆ। ਜਿਹੜੇ ਪੱਕੇ ਉੱਥੇ ਟਰਾਲੀਆਂ 'ਚ ਬੈਠੇ ਨੇ ਉਹਨਾਂ ਨੇ ਆਪਣਾ ਸਰਦੀ ਵਾਲਾ ਗਰਮੀ 'ਚ ਕਨਵਰਟ ਕਰਤੀਆਂ ਟਰਾਲੀਆਂ, ਤੇ ਬਾਕੀ ਟੈਂਟ ਤੇ ਬਾਕੀ ਦੀਆਂ ਛੰਨਾਂ ਜੋ ਲਾ ਰਹੇ ਨੇ ਵੱਖ-ਵੱਖ ਕਿਸਮ ਦੀਆਂ। ਤੇ ਨਾਲ ਹਰ ਪਿੰਡ ਨੇ ਇਹ ਸਿਸਟਮ ਵੀ ਬਣਾ ਲਿਆ ਕਿ ਜਿਹੜੇ 10 ਬੰਦੇ ਜਾਣਗੇ ਤੇ 10 ਬੰਦੇ ਉਹ ਜਾਣਗੇ, ਦੂਜਿਆਂ ਨੂੰ ਛੱਡ ਦੇਣਗੇ, ਵਾਪਸ ਆ ਜਾਣਗੇ, ਤਾਂ ਕਿ ਹਾੜੀ ਦਾ ਸੀਜ਼ਨ ਵੀ ਕਿਵੇਂ ਉਸ ਲੈਵਲ 'ਤੇ ਗੱਲ ਕਰਨੀ ਹੈ। ਇਹ ਜਿਹੜਾ ਇੱਕ ਤਰੀਕਾਕਾਰ ਹੈ ਸੰਘਰਸ਼ ਦਾ, ਇਹ ਤਰੀਕਾਕਾਰ ਇਹ ਦਰਸਾਉਂਦਾ ਹੈ ਕਿ ਇੱਕ ਲੰਮੇ ਦਾਅ ਦਾ ਅੰਦੋਲਨ ਹੈ। ਕਿਸਾਨ ਆਰ ਪਾਰ ਦੀ ਲੜਾਈ ਦੇ ਵਿੱਚ, ਮੂਡ ਦੇ ਵਿੱਚ ਇਸ ਅੰਦੋਲਨ ਨੂੰ ਹਾਰਨਾ ਨਹੀਂ ਚਾਹੁੰਦੇ ਕਿਸੇ ਵੀ ਰੂਪ ਦੇ ਵਿੱਚ। ਇਹ ਅੰਦੋਲਨ ਨੂੰ ਜਿੱਤ ਕੇ ਹੀ ਆਉਣਾ ਚਾਹੁੰਦੇ ਨੇ, ਔਰ ਇਸੇ ਕਰਕੇ ਉਹ ਇਹ ਕਹਿ ਰਹੇ ਨੇ ਕਿ ਸਰਕਾਰ ਜਿੰਨੀ ਜਲਦੀ ਗੱਲ ਕਰੇ, ਤਾਂ ਜਿੰਨੀ ਜਲਦੀ ਫੈਸਲਾ ਕਰੇ, ਉਨਾ ਉਹਦੇ ਪੱਖ ਜਾਏਗਾ, ਨਾ ਕਿ ਇਹ ਕਿਸਾਨਾਂ ਨੇ ਤਾਂ ਅੰਦੋਲਨ ਕਰਨਾ, ਉਹਦੇ ਤੇ ਪੱਖ 'ਚ ਹੈ ਨਹੀਂ। ਔਰ ਜਿਵੇਂ ਜਿਵੇਂ ਵਰਗ ਜੁੜਦੇ ਜਾਣਗੇ, ਜਿਵੇਂ ਜਿਵੇਂ ਦੇਸ਼ ਦਾ ਪ੍ਰੈਸ਼ਰ ਪਏਗਾ, ਦੁਨੀਆ ਦਾ ਪ੍ਰੈਸ਼ਰ ਪਏਗਾ, ਇੱਥੋਂ ਦਾ ਪ੍ਰੈਸ਼ਰ ਹੋਰ ਲੋਕਲ ਜ਼ਿਆਦਾ ਪਏਗਾ, ਸਰਕਾਰ ਨੂੰ ਮਜਬੂਰ ਹੋਣਾ ਪੈਣਾ ਉਸ ਲਈ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਹੈ ਵੀ ਕਿ 26 ਤਰੀਕ ਨੂੰ ਭਾਰਤ ਬੰਦ ਦੀ ਜਿਹੜੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜੇਕਰ ਗੱਲ ਕਰੀਏ 26 ਤਰੀਕ ਤੋਂ ਪਹਿਲਾਂ 23 ਮਾਰਚ ਆ ਰਹੀ ਹੈ, ਜੋ ਕਿ ਬਹੁਤ ਵੱਡਾ ਸ਼ਹਾਦਤ ਦਾ ਦਿਨ ਹੈ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ? ਨੌਜਵਾਨ ਵਰਗ ਜਿਹੜਾ ਹੈ ਉਸ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦਿਨ, ਉਸ ਲਈ ਕੀ ਕੁਝ ਕਰ ਰਹੀਆਂ ਕਿਸਾਨ ਜਥੇ? ਇਹਦੇ ਲਈ ਕਰ ਰਹੀਆਂ ਨੇ, ਇੱਕ ਤਾਂ 19 ਮਾਰਚ ਨੂੰ ਜਿਹੜਾ ਪੈਪਸੋ ਮਜਾਰਾ ਘੋਲ ਸੀਗਾ ਉਹਦਾ ਵੀ ਸਾਲ ਆ ਰਿਹਾ, ਤੇ ਉਹ ਵੀ ਮਨਾਇਆ ਜਾ ਰਿਹਾ ਉੱਥੇ ਬਾਰਡਰ ਦੇ ਉੱਤੇ ਬੜੇ ਵੱਡੇ ਪੱਧਰ ਦੇ ਉੱਤੇ ਉਸ ਰੂਪ 'ਚ। ਤੇ ਦੂਜੀ ਗੱਲ ਇਹ ਹੈ ਕਿ ਜਿਹੜਾ 23 ਮਾਰਚ ਹੈ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਦਿਨ ਹੈ, ਤੇ ਉੱਥੇ ਬਾਰਡਰਾਂ ਦੇ ਉੱਤੇ ਵੀ ਉਹਨਾਂ ਨੇ ਸੱਦਾ ਦਿੱਤਾ ਕਿ ਵੱਡੀ ਗਿਣਤੀ 'ਚ ਨੌਜਵਾਨ ਪਹੁੰਚਣ ਕੇਸਰੀ ਪੱਗਾਂ ਬੰਨ੍ਹ ਕੇ, ਤਾਂ ਕਿ ਇੱਕ ਸ਼ਹਾਦਤ ਦੇ ਉਸ ਮਾਹੌਲ ਨੂੰ, ਨੌਜਵਾਨਾਂ ਨੂੰ ਵੀ ਇੱਕ ਮੌਕਾ ਮਿਲੇ ਤੇ ਪ੍ਰੇਰਨਾ ਦੁਬਾਰਾ ਹੋਵੇ। ਤੇ ਨਾਲ ਹੀ ਇਹ ਕਿਹਾ ਕਿ ਸੂਬਿਆਂ ਦੇ ਵਿੱਚ ਜਿਹੜੇ ਉੱਥੇ ਨਹੀਂ ਜਾਣਗੇ ਉਹ ਆਪੋ ਆਪਣੇ ਸੂਬਿਆਂ ਦੇ ਵਿੱਚ ਆਪੋ ਆਪਣੀ ਜਗ੍ਹਾ ਦੇ ਵਿੱਚ ਕਰਨ, ਜਿਵੇਂ ਨਾਰਮਲੀ ਇਦੋਂ ਪਹਿਲਾਂ ਵੀ ਖਟਕੜ ਕਲਾਂ ਦੇ ਵਿੱਚ ਤੇ ਹੁਸੈਨੀ ਵਾਲੇ ਤੇ ਸਾਰੇ ਜਗ੍ਹਾ ਤੇ ਇੱਕ ਫੰਕਸ਼ਨ ਹੁੰਦੇ ਨੇ ਪਹਿਲਾਂ ਵੀ, ਤੇ ਲੋਕ ਵੱਖ-ਵੱਖ ਟਾਈਪ ਦੇ ਆਪੋ ਆਪਣੇ ਪਿੰਡਾਂ, ਆਪੋ ਆਪਣੇ ਇਲਾਕਿਆਂ 'ਚ ਵੀ ਬਹੁਤ ਵੱਡੇ ਪੱਧਰ ਤੇ ਫੰਕਸ਼ਨ ਕਰਦੇ ਨੇ। ਤੇ ਇਹ ਫੰਕਸ਼ਨ ਵੀ ਲਗਾਤਾਰ ਹੋਣਗੇ ਤਾਂ ਲੋਕਾਂ ਦੇ ਵਿੱਚ ਇੱਕ ਚਰਨਿੰਗ ਹੋਏਗੀ, ਇੱਕ ਮਾਹੌਲ ਬਣੂਗਾ ਉਸ ਪੱਧਰ ਦਾ, ਤੇ ਉਹਦੇ ਨਾਲ ਇੱਕ ਸੁਰਤਾ ਬਣੇਗੀ ਅੰਦੋਲਨ ਦੇ ਨਾਲ। ਜਿਸ ਤਰੀਕੇ ਦੇ ਨਾਲ ਕਿਤੇ ਮੋਟਰਸਾਈਕਲ ਮਾਰਚ ਨਿਕਲੂਗਾ, ਕਿਤੇ ਰੈਲੀਆਂ ਹੋਣਗੀਆਂ, ਕਿਤੇ ਮੁਜ਼ਾਹਰੇ ਹੋਣਗੇ, ਇਹ ਸਮੁੱਚੇ ਲੋਕਾਂ ਨੂੰ ਉਸ ਅੰਦੋਲਨ ਦੇ ਨਾਲ ਸਰਗਰਮ ਕਰਨ ਦਾ ਇੱਕ ਜ਼ਰੀਆ ਹੈ। ਔਰ 23 ਇੱਕ ਉਹਦੇ ਲਈ ਟਰਨਿੰਗ ਪੁਆਇੰਟ ਨਾਲ ਹੋਏਗਾ ਹੀ ਹੋਏਗਾ। ਉਹਦੇ ਤੋਂ ਬਾਅਦ 26 ਆ ਜਾਏਗਾ, ਫਿਰ ਉਦੋਂ ਬਾਅਦ ਅਗਲੀ ਗੱਲ ਹੋਏਗੀ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।